TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ, ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਤੇ ਟਿੱਪਣੀਆਂ ਵੀ ਕੀਤੀਆਂ ਜਾਣਗੀਆਂ। ਬਗਦਾਦ ਦੇ ਇੱਕ ਹਸਪਤਾਲ ਵਿੱਚ ਲੱਗੀ ਅੱਗ, 82 ਮੌਤਾਂ, 100 ਤੋਂ ਵੱਧ ਜ਼ਖਮੀ। ਕੈਲੀਫੋਰਨੀਆ ਵਿੱਚ ਪੁਲਿਸ ਅਫਸਰ ਨੂੰ ਮਹਿਲਾ ਨਾਲ ਕੁੱਟਮਾਰ ਕਰਨੀ ਪਈ ਮਹਿੰਗੀ। PM ਕੇਅਰ ਫੰਡ ਨਾਲ ਸਥਾਪਿਤ ਕੀਤੇ ਜਾਣਗੇ 550 ਤੋਂ ਵੱਧ ਆਕਸੀਜਨ ਬਣਾਉਣ ਵਾਲੇ ਪਲਾਂਟ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਮੰਨਿਆ, ਦੇਸ਼ ਕਰੋਨਾ ਦੀ ਦੂਸਰੀ ਲਹਿਰ ਨਾਲ ਲੜਨ ਲਈ ਨਹੀਂ ਸੀ ਤਿਆਰ। ਮਨਪ੍ਰੀਤ ਬਾਦਲ ਦੀ ਵਿਵਾਦਤ ਵੀਡੀਓ ਹੋਈ ਵਾਇਰਲ। ਲੱਖਾ ਸਿਧਾਣਾ ਨੇ ਇੱਕ ਵਾਰ ਫਿਰ ਤੋਂ ਦਿੱਤਾ ਸੱਦਾ। ਦਿੱਲੀ ਮੋਰਚੇ ਤੋਂ ਪਰਤੇ ਇੱਕ ਕਿਸਾਨ ਦੀ ਹੋਈ ਮੌਤ ਅਤੇ ਕਈ ਹੋਰ ਖਬਰਾਂ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰਿਆਂ ਦਾ ਵਿਸਥਾਰ ਤੇ ਕੁਝ ਟਿੱਪਣੀਆਂ ਤੁਹਾਡੇ ਰੂਬਰੂ ਕੀਤੀਆਂ ਜਾਣ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਤੇ ਹੁਣ ਖਬਰਾਂ ਵੱਲ ਨੂੰ ਵਧਦੇ ਹਾਂ। ਕਰੋਨਾ ਵਾਇਰਸ ਦਾ ਇਲਾਜ ਹੋ ਰਿਹਾ ਹੈ, ਦੁਨੀਆ ਭਰ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਪਰ ਹਸਪਤਾਲਾਂ ਦੇ ਵਿੱਚ ਬਹੁਤ ਵੱਡੀਆਂ ਲੰਬੀਆਂ ਕਤਾਰਾਂ, ਭੀੜਾਂ ਨੇ। ਕੁਝ ਲੋਕ ਮਾਯੂਸ ਨੇ, ਕਿਤੇ ਕਿਤੇ ਆਕਸੀਜਨ ਦੀ ਕਮੀ ਹੈ ਤੇ ਕਿਤੇ ਕਿਤੇ ਆਕਸੀਜਨ ਦੇ ਕਾਰਨ ਹਸਪਤਾਲਾਂ ਵਿੱਚ ਅੱਗਾਂ ਲੱਗ ਰਹੀਆਂ ਨੇ। ਖਬਰ ਮਿਲ ਰਹੀ ਹੈ ਬਗਦਾਦ ਤੋਂ। ਬਗਦਾਦ ਦੇ ਇੱਕ ਹਸਪਤਾਲ ਦੇ ਵਿੱਚ ਕੱਲ੍ਹ ਰਾਤ ਆਕਸੀਜਨ ਦਾ ਸਿਲੰਡਰ ਫਟਿਆ, ਜਿਸ ਦੇ ਕਾਰਨ 82 ਲੋਕਾਂ ਦੇ ਮਾਰੇ ਜਾਣ ਦੀ ਤਾਂ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 110 ਲੋਕ ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀ ਦੱਸ ਰਹੇ ਨੇ ਕਿ ਐਮਰਜੈਂਸੀ ਕਰਮੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇਬਨ ਅਲ ਖਾਤਬ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰ ਵੀ ਕੱਢਿਆ। ਹਸਪਤਾਲ ਦੇ ICU ਦੇ ਵਿੱਚ COVID-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਉਸ ਵਕਤ ਕੀਤਾ ਜਾ ਰਿਹਾ ਸੀ। ਘਟਨਾ ਸਥਾਨ ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਹੁਣ ਤੱਕ ਕਿੰਨੇ ਲੋਕ ਅਸਲ ਵਿੱਚ ਮਾਰੇ ਜਾ ਚੁੱਕੇ ਨੇ, ਪਰ ਹਸਪਤਾਲ ਦੇ ਵਿੱਚ ਥਾਂ-ਥਾਂ ਤੇ ਸੜੀਆਂ ਹੋਈਆਂ ਲਾਸ਼ਾਂ ਨਜ਼ਰ ਆ ਰਹੀਆਂ ਸੀ। ਇਰਾਕ ਦੇ ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ 82 ਲੋਕ ਮਾਰੇ ਜਾ ਚੁੱਕੇ ਹੈ। ਇਹਨਾਂ ਤੋਂ ਇਲਾਵਾ ਘੱਟ ਤੋਂ ਘੱਟ 110 ਲੋਕ ਜ਼ਖਮੀ ਹੋ ਚੁੱਕੇ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਮੁਸਤਫਾ ਅਲ ਕਾਦਮੀ ਨੇ ਬਗਦਾਦ ਸਿਹਤ ਵਿਭਾਗ ਵਿੱਚ ਅਲ ਰੂਸਫਾ ਇਲਾਕੇ ਲਈ ਨਿਯੁਕਤ ਡਾਇਰੈਕਟਰ ਜਨਰਲ ਨੂੰ ਉਹਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਇਹ ਹਸਪਤਾਲ AC ਇਲਾਕੇ ਵਿੱਚ ਪੈਂਦਾ ਸੀ। ਉਹਨਾਂ ਨੇ ਹਸਪਤਾਲ ਦੇ ਨਿਰਦੇਸ਼ਕ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਨਾਲ ਸਿਹਤ ਮੰਤਰਾਲੇ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਕਿ ਅੱਗ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਕਮਾਂਡ ਦੇ ਵਿੱਚ ਇੱਕ ਐਮਰਜੈਂਸੀ ਬੈਠਕ ਵੀ ਸੱਦੀ, ਜਿਸ ਦੇ ਵਿੱਚ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਲਾਪਰਵਾਹੀ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਲਾਪਰਵਾਹੀ ਜਾਂ ਗਲਤੀ ਦੀ ਕੋਈ ਗੁੰਜਾਇਸ਼ ਨਹੀਂ, ਸਗੋਂ ਇਹ ਅਪਰਾਧ ਹੈ। ਇਰਾਕ ਵਿੱਚ ਸੰਯੁਕਤ ਰਾਸ਼ਟਰ ਦੀ ਦੂਤ ਨੇ ਉਹਨਾਂ ਨੇ ਵੀ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਸਪਤਾਲਾਂ ਵਿੱਚ ਵੱਧ ਸੁਰੱਖਿਆ ਉਪਾਅ ਵਰਤਣ ਦੀ ਉਹਨਾਂ ਅਪੀਲ ਵੀ ਕੀਤੀ ਹੈ। ਤੇ ਉਧਰ ਇਰਾਕੀ ਅਧਿਕਾਰੀਆਂ ਨੇ ਜ਼ਖਮੀਆਂ ਦੀ ਹਾਲੇ ਤੱਕ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਉਸ ਹਸਪਤਾਲ ਦੇ ਵਿੱਚ ਘੱਟੋ ਘੱਟ 150 ਮਰੀਜ਼ ਮੌਜੂਦ ਸਨ। ਉਹਨਾਂ ਦੱਸਿਆ ਕਿ ਅੱਗ ਹਸਪਤਾਲ ਦੇ ਵਿੱਚ ਘੱਟੋ ਘੱਟ ਇੱਕ ਆਕਸੀਜਨ ਸਿਲੰਡਰ ਫਟਣ ਦੇ ਕਾਰਨ ਲੱਗੀ। ਇਸੇ ਤਰ੍ਹਾਂ ਦੀ ਖਬਰ ਬੰਬੇ ਵਾਲੇ ਪਾਸੋਂ 2 ਦਿਨ ਪਹਿਲਾਂ ਆਈ ਸੀ। ਉੱਥੇ ਵੀ ਲਗਭਗ ਇਸੇ ਤਰ੍ਹਾਂ ਦੀ ਖਬਰ ਸੀ ਕਿ ਸਿਲੰਡਰ ਫਟਿਆ ਅਤੇ ਕਈ ਮਰੀਜ਼ਾਂ ਦੀ ਮੌਤ ਹੋ ਗਈ ਸੀ। ਔਰ ਇੰਡੀਆ ਦੇ ਵਿੱਚ ਬਹੁਤ ਸਾਰੇ ਹਸਪਤਾਲ ਉਹ ਵੀ ਨੇ, ਉਹਨਾਂ ਵਿੱਚ ਪੰਜਾਬ ਦੇ ਹਸਪਤਾਲ ਵੀ ਨੇ ਅਤੇ ਹੋਰਨਾਂ ਸੂਬਿਆਂ ਦੇ ਹਸਪਤਾਲ ਵੀ ਨੇ। ਉਹਨਾਂ 'ਚ ਰਾਜਸਥਾਨ ਵੀ ਹੈ, ਮਹਾਰਾਸ਼ਟਰ ਵੀ ਹੈ, ਦਿੱਲੀ ਵੀ ਹੈ ਤੇ ਕਈ ਹੋਰ ਸੂਬੇ ਨੇ ਜਿੱਥੇ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋਈ ਹੈ। ਤੇ ਖਬਰ ਇੱਕ ਗੁਜਰਾਤ ਵਾਲੇ ਪਾਸਿਓਂ ਵੀ ਮਿਲ ਰਹੀ ਹੈ ਕਿ ਇੱਕ ਟੈਂਕਰ ਜਿਸ ਦੇ ਵਿੱਚ ਆਕਸੀਜਨ ਭਰੀ ਹੋਈ ਸੀ, ਉਸ ਦੇ ਡਰਾਈਵਰ ਨੇ ਦੱਸਿਆ ਕਿ ਰਸਤੇ ਵਿੱਚ ਮੈਂ ਕਿਤੇ ਰੁਕ ਕੇ ਚਾਹ ਵੀ ਨਹੀਂ ਪੀਤੀ, ਕਿਤੇ ਮੈਂ ਪਿਸ਼ਾਬ ਕਰਨ ਵਾਸਤੇ ਵੀ ਰੁਕਣਾ ਮੁਨਾਸਬ ਨਹੀਂ ਸਮਝਿਆ, ਕਿਉਂਕਿ ਮੈਨੂੰ ਇਹ ਸੀ ਕਿ ਮੇਰੇ ਕੋਲ ਲੋਕਾਂ ਦੀ ਜਾਨ ਹੈ, ਮੇਰੇ ਕੋਲ ਲੋਕਾਂ ਦੀ ਜ਼ਿੰਦਗੀ ਹੈ, ਮੇਰੇ ਕੋਲ ਲੋਕਾਂ ਦੇ ਸਾਹ ਨੇ। ਮੈਂ ਆਕਸੀਜਨ ਲੈ ਕੇ ਛੇਤੀ ਤੋਂ ਛੇਤੀ ਆਪਣੇ ਉਸ ਸਥਾਨ ਤੇ ਪਹੁੰਚਾਂ ਜਿੱਥੇ ਲੋਕ ਇਸ ਦੇ ਇੰਤਜ਼ਾਰ ਵਿੱਚ ਨੇ। ਪਰ ਉਹ ਕਹਿੰਦੇ ਹੈਰਾਨੀ ਦੀ ਹੱਦ ਹੋ ਗਈ। ਜਦੋਂ ਮੈਂ ਸ਼ਹਿਰ ਦੇ ਨੇੜੇ ਪਹੁੰਚਿਆ
ਮੇਰੇ उस टैंकर ਨੂੰ रोक लिया गया, ट्रक ਨੂੰ रोक लिया गया। सरकार ਦੇ ਨੁਮਾਇੰਦੇ ਅਹਿਲਕਾਰ ਇਕੱਠੇ ਹੋ ਗਏ। ਉਹ ਕਹਿੰਦੇ ਮੰਤਰੀ ਸਾਹਿਬ ਨੂੰ ਆਉਣ ਦਿਓ, ਅਸੀਂ ਉੱਥੇ ਦੱਸਣਾ ਕਿ ਆਹ ਦੇਖੋ ਤੁਹਾਡੀ ਸੇਵਾ ਦੇ ਵਿੱਚ ਅਸੀਂ ਗੈਸ ਦਾ ਟੈਂਕਰ ਮੰਗਾ ਲਿਆ। 3 ਘੰਟੇ ਤੱਕ ਇੰਤਜ਼ਾਰ ਕਰਵਾਇਆ, ਪੂਜਾ ਕੀਤੀ, ਗੁਬਾਰਿਆਂ ਨਾਲ ਸ਼ਿੰਗਾਰ ਕੇ ਫਿਰ ਹਸਪਤਾਲ ਵੱਲ ਲੈ ਕੇ ਗਏ। ਘੱਟੋ ਘੱਟ 3 ਘੰਟੇ। ਉਹ ਕਹਿੰਦਾ ਮੈਂ ਰਸਤੇ ਵਿੱਚ ਪਿਸ਼ਾਬ ਨਹੀਂ ਕੀਤਾ, ਚਾਹ ਨਹੀਂ ਪੀਤੀ, ਖਾਣਾ ਖਾਣ ਵਾਸਤੇ ਕਿਤੇ ਰੁਕਿਆ ਨਹੀਂ ਕਿ ਲੋਕਾਂ ਦੇ ਸਾਹ ਮੇਰੇ ਕੋਲ ਨੇ। ਪਰ ਤੁਸੀਂ ਦੇਖੋ ਕਿ ਅਸੀਂ 21ਵੀਂ ਸਦੀ ਵਿੱਚ ਹਾਂ। ਉਸ ਟਰੱਕ ਦੀ ਟੈਂਕਰ ਦੀ ਪੂਜਾ ਕੀਤੀ ਗਈ, ਗੁਬਾਰਿਆਂ ਨਾਲ ਐ ਸਜਾਇਆ ਜਿਵੇਂ ਕਿਸੇ ਦੇ ਬਰਥਡੇ ਤੇ ਗੁਬਾਰੇ ਲਾਈਦੇ ਆ, ਵਿਆਹ ਤੇ ਲੱਗੇ ਹੋਣ। ਤੇ ਫਿਰ 3 ਘੰਟੇ ਤੱਕ ਇੰਤਜ਼ਾਰ। ਕਿੱਥੇ ਖੜੇ ਹਾਂ ਅਸੀਂ? ਇਹ ਨਹੀਂ ਪਤਾ ਕਿ ਉਹਨਾਂ 3 ਘੰਟਿਆਂ ਦੇ ਵਿੱਚ ਕਿੰਨੇ ਮਰੀਜ਼ ਸਾਹ ਲੈਣ ਖਣੋ ਇਸ ਜਹਾਨ ਤੋਂ ਰੁਖਸਤ ਹੋ ਗਏ ਹੋਣ, ਕਿਉਂਕਿ ਹਸਪਤਾਲ ਵਾਲੇ ਦੱਸ ਰਹੇ ਸੀ ਕਿ ਕੁਝ ਮਿੰਟਾਂ ਦੀ ਆਕਸੀਜਨ ਉਹਨਾਂ ਕੋਲ ਬਚਦੀ ਹੈ। ਇੱਥੇ ਖੜੇ ਹਾਂ ਅਸੀਂ। ਅਗਲੀ ਖਬਰ, ਸਾਡੇ ਵਾਲੇ ਮੁਲਕ 'ਚ ਤਾਂ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਕਿ ਪੁਲਿਸ ਛੱਲੀਆਂ ਵਾਂਗ ਕੁੱਟ ਸੁੱਟਦੀ ਹੈ। ਉਹ ਬੰਦਾ ਹੋਵੇ, ਬੁੜੀ ਹੋਵੇ, ਉਹ ਨਹੀਂ ਦੇਖਦੀ, ਔਰਤ ਹੈ, ਮਰਦ ਹੈ, ਕੋਈ ਹੋਵੇ, ਸਾਹਮਣੇ ਆਵੇ ਤਾਂ ਸਹੀ। ਕੋਈ ਗਾਲ ਗੂਲ ਕੱਢਣੀ ਤਾਂ ਆਮ ਜੀ ਗੱਲ ਆ। ਪਰ ਆ ਬੀਤੇ ਦਿਨੀ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਕਿ ਜੋਰਜ ਫਲੋਇਡ ਦੀ ਗਰਦਨ ਤੇ ਜਿਹਨੇ ਧੌਣ ਤੇ ਜਿਹਨੇ ਗੋਡਾ ਰੱਖਿਆ ਸੀ, ਦੋਸ਼ੀ ਕਰਾਰ ਦੇ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਕਿ 75 ਸਾਲ ਦੀ ਸਜ਼ਾ ਉਸ ਨੂੰ ਸੁਣਾ ਦਿੱਤੀ ਜਾਵੇ। ਉਸ ਸ਼ਹਿਰ ਦੀ ਮਿਊਨਿਸਪਲ ਕਮੇਟੀ ਨੇ 125 ਮਿਲੀਅਨ ਹਰਜਾਨੇ ਵਜੋਂ ਉਸ ਪਰਿਵਾਰ ਨੂੰ ਦਿੱਤਾ ਤੇ ਨਾਲੇ ਕਿਹਾ ਸੀ ਕਿ ਇਹ ਤਾਂ ਅਸੀਂ ਤੁਹਾਨੂੰ ਦੇ ਰਹੇ ਹਾਂ, ਉਹਦੀ ਕੀਮਤ ਨਹੀਂ, ਪਰ ਤੁਹਾਡੇ ਜ਼ਖਮਾਂ ਤੇ ਅਸੀਂ ਮੱਲ ਮਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕੈਲੀਫੋਰਨੀਆ ਦੇ ਵਿੱਚੋਂ ਖਬਰ ਮਿਲ ਰਹੀ ਹੈ, ਕੈਲੀਫੋਰਨੀਆ ਦੇ ਵੈਸਟਮਿਨਿਸਟਰ ਦੇ ਵਿੱਚ ਇੱਕ ਪੁਲਿਸ ਅਫਸਰ ਨੇ ਇੱਕ ਔਰਤ ਦੀ ਗ੍ਰਿਫਤਾਰੀ ਕੀਤੀ ਤੇ ਗ੍ਰਿਫਤਾਰੀ ਵਕਤ ਉਸ ਨਾਲ ਕੁੱਟਮਾਰ ਕਰ ਦਿੱਤੀ ਹੈ, ਜਿਸ ਕਰਕੇ ਉਸ ਪੁਲਿਸ ਅਫਸਰ ਨੂੰ ਹੁਣ ਪ੍ਰਸ਼ਾਸਨਿਕ ਛੁੱਟੀ ਤੇ ਭੇਜਿਆ ਗਿਆ ਤੇ ਮਾਮਲੇ ਦੀ ਜਾਂਚ ਜਾਰੀ ਹੈ। ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਇੱਕ ਔਰਤ ਨੂੰ, ਇੱਕ ਮਹਿਲਾ ਨੂੰ ਹੱਥਕੜੀ ਲਗਾਉਂਦੇ ਨਜ਼ਰ ਆ ਰਿਹਾ ਹੈ ਤੇ ਔਰਤ ਦੇ ਚਿਹਰੇ ਤੇ 2 ਵਾਰ ਮੁੱਕਾ ਮਾਰਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਘਟਨਾ ਬੀਤੀ 21 ਅਪ੍ਰੈਲ ਦੀ ਹੈ। 21 ਅਪ੍ਰੈਲ ਨੂੰ 34 ਵਰਿਆਂ ਦੀ ਸਿਓਮਾਰਾ ਗਾਰਸੀਆ ਦੁਆਰਾ ਇੱਕ ਏਸ਼ੀਅਨ ਔਰਤ ਤੇ ਹਮਲਾ ਕਰਨ ਦੀ ਸੂਚਨਾ ਪੁਲਿਸ ਨੂੰ ਮਿਲੀ ਅਤੇ ਉਸ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ। ਕਾਰਵਾਈ ਕਰਦਿਆਂ ਗਾਰਸੀਆ ਨਾਲ ਉਹਨਾਂ ਦਾ ਸਾਹਮਣਾ ਹੋ ਗਿਆ। ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਭੰਨ ਤੋੜ ਕਾਰਨ ਇਸ ਤੇ ਵਾਰੰਟ ਵੀ ਜਾਰੀ ਨੇ। ਇਸ ਉਪਰੰਤ ਪੁਲਿਸ ਵੱਲੋਂ ਗਾਰਸੀਆ ਨੂੰ ਹੱਥਕੜੀ ਲਗਾਈ ਗਈ। ਅਧਿਕਾਰੀਆਂ ਅਨੁਸਾਰ ਗਾਰਸੀਆ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ, ਜਿਸ ਲਈ ਪੈਰਾਮੈਡੀਕਲ ਬੁਲਾਉਣੇ ਪਏ। ਜਦੋਂ ਉਹ ਮੈਡੀਕਲ ਸਹਾਇਤਾ ਦੇ ਆਉਣ ਤਾਂ ਉਸ ਵਕਤ ਇੰਤਜ਼ਾਰ ਕਰ ਰਹੇ ਸਨ ਤਾਂ ਗਾਰਸੀਆ ਅਧਿਕਾਰੀਆਂ ਨਾਲ ਲੜਨ ਲੱਗ ਪਈ, ਲੜਾਈ ਕਰਨ ਲੱਗ ਪਈ। ਜਿਸ ਦੌਰਾਨ ਗਾਰਸੀਆ ਉਸ ਦੀ ਪਿੱਠ ਦੇ ਪਿੱਛੇ ਹੱਥਾਂ ਵਿੱਚ ਫਸਣ ਤੋਂ ਬਾਅਦ ਜ਼ਮੀਨ ਤੇ ਧੜਮ ਡਿੱਗੀ ਅਤੇ ਵੀਡੀਓ ਵਿੱਚ ਇੱਕ ਅਧਿਕਾਰੀ ਨੂੰ ਲੱਤ ਮਾਰਦੀ ਵੀ ਉਹ ਔਰਤ ਨਜ਼ਰ ਆਉਂਦੀ ਹੈ। ਇਹਦੇ ਬਾਵਜੂਦ ਕਿ ਪੁਲਿਸ ਅਫਸਰਾਂ ਨਾਲ ਲੜ ਰਹੀ ਸੀ, ਪਰ ਪੁਲਿਸ ਅਫਸਰਾਂ ਦੇ ਉੱਤੇ ਹੁਣ ਕਾਰਵਾਈ ਇਸ ਕਰਕੇ ਹੋ ਰਹੀ ਹੈ ਕਿ ਉਹ ਤਾਂ ਲੜ ਰਹੀ ਸੀ, ਪਰ ਤੁਸੀਂ ਮੁੱਕੇ ਕਿਉਂ ਮਾਰੇ? ਅਫਸਰ ਦਾ ਭਾਵੇਂ ਹਲੇ ਨਾਮ ਤਾਂ ਨਹੀਂ ਦੱਸਿਆ ਗਿਆ। ਇਹ ਵੀ ਪਤਾ ਲੱਗਿਆ ਕਿ ਮਹਿਲਾ ਦੇ ਚਿਹਰੇ ਤੇ 2 ਵਾਰ ਉਸਨੇ ਵਾਰ ਕੀਤਾ, ਭਾਵ ਮੁੱਕੇ ਮਾਰੇ। ਦੂਸਰੇ ਜਿਹੜੇ 2 ਪੁਲਿਸ ਅਫਸਰ ਹੋਰ ਸੀ ਉਹ ਉਸ ਪੁਲਿਸ ਅਫਸਰ ਨੂੰ ਉਠਾਉਂਦੇ, ਭਾਵ ਦੂਰ ਗਾਰਸੀਆ ਤੋਂ ਦੂਰ ਕਰਦੇ ਵੀ ਨਜ਼ਰ ਆਉਂਦੇ ਨੇ। ਇਸ ਤੋਂ ਬਾਅਦ ਗਾਰਸੀਆ ਨੂੰ ਜਾਂਚ ਲਈ ਨੇੜੇ ਹਸਪਤਾਲ ਲਿਜਾਇਆ ਗਿਆ ਅਤੇ ਪੁਲਿਸ ਦੇ ਅਨੁਸਾਰ ਕੋਈ ਜ਼ਖਮੀ ਤਾਂ ਨਹੀਂ ਹੋਇਆ, ਪਰ ਫਿਰ ਉਸ ਨੂੰ ਔਰੇਂਜ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪੁਲਿਸ ਵਿਭਾਗ ਨੇ ਆਖਿਆ ਕਿ ਅਧਿਕਾਰੀ ਨੂੰ ਉਸ ਪੁਲਿਸ ਅਫਸਰ ਨੂੰ ਤਾਕਤ ਦੀ ਵਰਤੋਂ ਅਤੇ ਗਵਾਹਾਂ ਦੇ ਸੈੱਲਫੋਨ ਫੁਟੇਜ ਦੀ ਕਾਰਨ ਅੰਦਰੂਨੀ ਮਾਮਲਿਆਂ ਦੀ ਜਾਂਚ ਵਾਸਤੇ ਪ੍ਰਬੰਧਕੀ ਤੇ ਪ੍ਰਸ਼ਾਸਨਿਕ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਹੁਣ ਤੁਸੀਂ ਦੇਖੋ ਕਿ ਪੁਲਿਸ ਅਫਸਰ ਤੇ ਹਮਲਾ ਵੀ ਕਰ ਰਹੀ ਹੈ, ਗਾਲਾਂ ਵੀ ਕੱਢ ਰਹੀ ਹੈ, ਲੱਤਾਂ ਵੀ ਮਾਰ ਰਹੀ ਹੈ। ਇਹਦੇ ਬਾਵਜੂਦ ਵੀ ਜੇਕਰ ਉਹਨੇ 2 ਮੁੱਕੇ ਉਹਦੇ ਮੂੰਹ ਤੇ ਜੜੇ ਹੈ ਨਾ ਤਾਂ ਮੁਲਾਂਕਣ ਹੋ ਰਿਹਾ ਹੈ। ਪਰ ਸਾਡੇ ਵਾਲੇ ਪਾਸੇ ਅਸੀਂ ਛੱਲੀਆਂ ਵਾਂਗ ਕੁੱਟਦੇ ਹਾਂ, ਪਰ ਕਾਰਵਾਈ ਕਿਤੇ ਨਹੀਂ ਹੁੰਦੀ। ਤੇ ਅੱਗੇ ਮਨਪ੍ਰੀਤ ਬਾਦਲ ਦੀ ਇੱਕ ਵੀਡੀਓ ਸਾਡੇ ਕੋਲ ਪਹੁੰਚੀ ਹੈ, ਮੈਂ ਸਾਂਝੀ ਕਰਨੀ ਹੈ, ਦੇਖਿਓ ਕਿ ਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਚਿਹਰੇ ਦੋਗਲੇ ਕਿਵੇਂ ਦੇ ਨੇ। ਪਰ ਉਹਦੇ ਤੋਂ ਪਹਿਲਾਂ PM ਕੇਅਰ ਫੰਡ ਦਾ ਬੜਾ ਰੌਲਾ ਪੈਂਦਾ ਰਹਿੰਦਾ ਹੈ। PM ਕੇਅਰ ਫੰਡ ਲੋਕਾਂ ਨੇ ਕਰੋੜਾਂ 'ਚ ਦਿੱਤਾ ਹੈ ਕਿ ਗਿਆ ਕਿੱਥੇ? ਪਰ ਹੁਣ ਖਬਰ ਮਿਲ ਰਹੀ ਹੈ ਕਿ COVID-19 ਦੀ ਆਫਤ ਨੇ ਭਾਰਤ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਆਕਸੀਜਨ ਨੂੰ ਲੈ ਕੇ, ਆਕਸੀਜਨ ਦੀ ਕਮੀ ਨੂੰ ਲੈ ਕੇ ਇੰਡੀਆ ਭਰ ਦੇ ਵਿੱਚ ਹਾਹਾਕਾਰ ਵੀ ਮੱਚੀ ਹੋਈ ਹੈ। ਇਸੇ ਦਰਮਿਆਨ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ। ਫੈਸਲੇ ਦੇ ਅਨੁਸਾਰ
ਕਿ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਜ਼ਰੀਏ ਭਾਰਤ ਦੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਬਣਾਉਣ ਵਾਲੇ 551 ਪਲਾਂਟ ਸਥਾਪਿਤ ਕੀਤੇ ਜਾਣਗੇ। ਪੀਐਮਓ ਨੇ ਆਖਿਆ ਹੈ ਕਿ ਸਥਾਪਿਤ ਕੀਤੇ ਜਾਣ ਵਾਲੇ 551 ਆਕਸੀਜਨ ਪਲਾਂਟਾਂ ਤੋਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਬਿਨਾਂ ਰੁਕਾਵਟ ਸਪਲਾਈ ਨੂੰ ਯਕੀਨੀ ਬਣਾਉਣਾ ਹੋਏਗਾ। ਇੱਥੇ ਮੈਂ ਤੁਹਾਨੂੰ ਇਹ ਦੱਸਾਂ ਕਿ ਜੇ ਹੁਣ ਅੱਜ ਹੋ ਗਿਆ ਕੰਮ ਕਿ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਕਮੀ ਹੋ ਗਈ, ਇਹ ਕੇਅਰ ਫੰਡ ਪਿਛਲੇ ਸਾਲ ਦਾ ਚੱਲ ਰਿਹਾ। ਜਦੋਂ ਕੋਵਿਡ ਦੀ ਲਹਿਰ ਪਿਛਲੀ ਆਈ ਸੀ ਉਦੋਂ ਤੋਂ ਬਾਅਦ ਅਸੀਂ ਸਿੱਖਿਆ ਕੀ? ਮੈਂ ਬੀਤੇ ਦਿਨੀ ਵੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਅਸੀਂ 3300 ਕਰੋੜ ਦੀ ਮੂਰਤੀ ਲਾ ਦਿੱਤੀ। 100 ਕਰੋੜ ਦੇ ਨਾਲ ਇੱਕ ਪਲਾਂਟ ਲੱਗਦਾ, ਇਹਦਾ ਮਤਲਬ 33 ਪਲਾਂਟ ਲਗਾਏ ਜਾ ਸਕਦੇ ਸੀ। ਜੇਕਰ ਪਿਛਲੀ ਵਾਰ ਅਸੀਂ ਵੇਖਿਆ ਕਿ ਆਕਸੀਜਨ ਦੀ ਕਮੀ ਪੈਂਦੀ ਹੈ, ਵੈਂਟੀਲੇਟਰ ਕਮ ਹੁੰਦੇ ਜਾ ਰਹੇ ਨੇ, ਘਟਦੇ ਜਾ ਰਹੇ ਨੇ, ਤਾਂ ਅਸੀਂ ਸਿੱਖਿਆ ਕੀ? ਹੁਣ ਕਹਿੰਦੇ ਨੇ ਕਿ ਆਕਸੀਜਨ ਦੀ ਉਪਲਬਧਤਾ ਵਧਾਉਣ ਦੀ ਦਿਸ਼ਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਫੈਸਲਾ ਕੀਤਾ ਗਿਆ। ਪੀਐਮਓ ਮੁਤਾਬਕ 551 ਆਕਸੀਜਨ ਪਲਾਂਟ ਦੇ ਵਾਸਤੇ ਜਿਹੜੇ ਫੰਡ ਨੇ ਉਹ ਪੀਐਮ ਕੇਅਰਸ ਤੋਂ ਦਿੱਤੇ ਜਾਣਗੇ। ਦੱਸਣਾ ਬਣਦਾ ਕਿ ਕੋਵਿਡ-19 ਆਫਤ ਦੇ ਕਾਰਨ ਆਕਸੀਜਨ ਦੀ ਕਿੱਲਤ ਦੇ ਨਾਲ ਹਰ ਇੱਕ ਸੂਬਾ ਤੇ ਲਗਭਗ ਹਰ ਇੱਕ ਹਸਪਤਾਲ ਜੂਝ ਰਿਹਾ ਹੈ। ਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਹੋਰਾਂ ਨੇ ਬੀਤੇ ਕੁਝ ਘੰਟੇ ਪਹਿਲਾਂ ਮਨ ਕੀ ਬਾਤ ਕੀਤੀ ਹੈ। ਕੁਝ ਲੋਕ ਇਸ ਨੂੰ ਮਨ ਕੀ ਬਾਤ ਨਹੀਂ ਕਹਿੰਦੇ, ਉਹ ਮਨਮਾਨੀ ਬਾਤ ਵੀ ਕਹਿੰਦੇ ਹੈ। ਕੁਝ ਵੀ ਹੈ, ਉਹ ਹਰ ਹਫ਼ਤੇ ਮਨ ਕੀ ਬਾਤ ਕਰਦੇ ਹੈ। ਹੁਣ ਕੋਵਿਡ ਨਾਲ ਜੰਗ ਲੜ ਰਿਹਾ ਇੱਕ ਤਰ੍ਹਾਂ ਭਾਰਤ, ਤੇ ਪਰ ਬਹੁਤ ਸਾਰੇ ਲੋਕ ਨਿਰਾਸ਼ ਹੋ ਰਹੇ ਨੇ। ਨਿਰਾਸ਼ ਦਿਖ ਰਹੇ ਮੁਲਕ ਨੂੰ ਭਰੋਸਾ ਦਿਵਾਇਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਉਹ ਕਹਿੰਦੇ ਧੀਰਜ ਤੇ ਸੰਜਮ ਨਾਲ ਖੜੇ ਰਹਿਣ ਦਾ ਮੈਂ ਤੁਹਾਨੂੰ ਸੱਦਾ ਦੇ ਰਿਹਾ। ਆਪਣੇ ਮਹੀਨਾਵਾਰੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਨੇ ਕਰੋਨਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲੜ ਰਹੇ ਡਾਕਟਰਾਂ, ਨਰਸਾਂ, ਐਂਬੂਲੈਂਸ ਡਰਾਈਵਰਾਂ ਦੇ ਨਾਲ ਗੱਲਬਾਤ ਦੇ ਸਹਾਰੇ ਸਕਾਰਾਤਮਕ ਸੋਚ ਪੈਦਾ ਕਰਨ ਦੀ ਇੱਕ ਕੋਸ਼ਿਸ਼ ਆਖੀ ਜਾ ਸਕਦੀ ਹੈ ਕਿ ਕੋਸ਼ਿਸ਼ ਕੀਤੀ ਹੈ ਉਹਨਾਂ ਨੇ। ਉਹਨਾਂ ਕਿਹਾ ਕਿ ਪਿਛਲੀ ਲਹਿਰ ਦੇ ਨਾਲ ਸਫਲਤਾਪੂਰਵਕ ਲੜਨ ਦੇ ਪਿੱਛੋਂ ਮੁਲਕ ਉਤਸ਼ਾਹ ਅਤੇ ਵਿਸ਼ਵਾਸ ਨਾਲ ਭਰ ਗਿਆ ਸੀ। ਉਦੋਂ ਹੀ ਦੂਜੀ ਲਹਿਰ ਨੇ ਹੁਣ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਇਸ ਵਕਤ ਕੰਮ ਕਰ ਰਹੀਆਂ ਨੇ। ਮੁਲਕ ਵਿੱਚ ਸਮਰੱਥਾ ਹੈ ਕਿ ਇਹ ਜੰਗ ਵੀ ਅਸੀਂ ਰਲ ਮਿਲ ਕੇ ਕਹਿੰਦੇ ਜਿੱਤ ਲਵਾਂਗੇ। ਉਹਨਾਂ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਆਜ਼ਾਦੀ ਦੇ 75 ਸਾਲ ਦੇ ਮੂੰਹ ਤੇ ਖੜੇ ਭਾਰਤ ਵਿੱਚ ਸਿਹਤ ਸੈਕਟਰ ਕਦੇ ਤਰਜੀਹ ਵਿੱਚ ਨਹੀਂ ਰਿਹਾ। ਫਿਰ ਪ੍ਰਧਾਨ ਮੰਤਰੀ ਸਾਹਿਬ ਤਰਜੀਹ 'ਚ ਲਿਆਉਣਾ ਕਿਹਨੇ ਸੀ? ਇਹ ਤੁਸੀਂ ਆਖ ਰਹੇ ਹੋ। ਮੈਂ ਅਕਸਰ ਕਹਿਣਾ ਹੁੰਦਾ ਕਿ ਦੋ ਚੀਜ਼ਾਂ ਤਰਜੀਹੀ ਸੂਚੀ ਤੇ ਚਾਹੀਦੀਆਂ ਨੇ, ਭਾਵੇਂ ਉਹ ਸੂਬਾ ਸਰਕਾਰਾਂ ਨੇ, ਭਾਵੇਂ ਉਹ ਕੇਂਦਰ ਸਰਕਾਰ ਹੈ। ਇੱਕ ਸਿੱਖਿਆ ਤੇ ਇੱਕ ਸਿਹਤ, ਇਹ ਦੋਵੇਂ ਹੀ ਸਾਡੀਆਂ ਤਰਜੀਹੀ ਸੂਚੀਆਂ ਵਿੱਚ ਨਹੀਂ ਨੇ। ਆ ਤਾਂ ਹੁਣ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਆਖ ਦਿੱਤਾ। ਅਸਲ ਦੇ ਵਿੱਚ ਇੱਕ ਗੱਲ ਹੋਰ ਆਖ ਦਿੱਤੀ, ਇਹਦੇ ਨਤੀਜੇ ਆਉਣ ਵਾਲੇ ਦਿਨਾਂ 'ਚ ਗੰਭੀਰ ਨਿਕਲਣਗੇ। ਉਹ ਕਹਿੰਦੇ ਮੂਲ ਰੂਪ ਨਾਲ ਸੂਬਿਆਂ ਦੇ ਅਧਿਕਾਰ ਤੇ ਜ਼ਿੰਮੇਵਾਰੀ ਖੇਤਰ ਵਿੱਚ ਆਉਣ ਵਾਲਾ ਸਿਹਤ ਸੈਕਟਰ ਬਿਮਾਰ ਹੈ ਕਹਿੰਦੇ। ਮਹਾਮਾਰੀ ਦੇ ਕਾਲ ਵਿੱਚ ਇਹ ਬਿਸਤਰੇ ਤੇ ਲੇਟਿਆ ਪਿਆ ਹੈ। ਹੁਣ ਇਹਦਾ ਮਤਲਬ ਜਿਹੜਾ ਅੱਜ ਉਹ ਮਨ ਕੀ ਬਾਤ ਵਿੱਚ ਇਹ ਆਖ ਰਹੇ ਨੇ ਕਿ ਸੂਬਿਆਂ ਦੇ ਅਧਿਕਾਰ 'ਚ ਆਉਂਦਾ ਹੈ ਸਿਹਤ ਸੈਕਟਰ, ਇਹਨੂੰ ਵੀ ਮੁੱਛ ਲਓ। ਅੱਗੇ ਸਿੱਖਿਆ ਮੁੱਛ ਲਈ, ਇਹਦੇ ਤੋਂ ਬਾਅਦ ਖੇਤੀਬਾੜੀ ਸੈਕਟਰ ਤੇ ਹੱਲਾ ਹੈ ਕਿ ਇਹ ਅਸੀਂ ਸੂਬਿਆਂ ਤੋਂ ਅਧਿਕਾਰ ਖੋਹ ਲੈਣਾ। ਤੇ ਅੱਜ ਮਨ ਕੀ ਬਾਤ ਵਿੱਚ ਜਿਹੜੀ ਆਹ ਗੱਲ ਕਹਿ ਗਏ ਨਾ ਕਿ ਮਹਾਮਾਰੀ ਦੇ ਕਾਲ ਦੇ ਵਿੱਚ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲਾ ਇਹ ਸੈਕਟਰ ਬਿਸਤਰੇ ਤੇ ਲੇਟਿਆ ਬਿਮਾਰ ਨਜ਼ਰ ਆ ਰਿਹਾ। ਤੇ ਕਰੋ ਫਿਰ ਇਹਨੂੰ ਟੀਕਾ ਲਾ ਕੇ ਚੁਸਤ ਹੋਣ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਗੱਲ ਪਾਸੇ ਨੂੰ ਇਸ਼ਾਰਾ ਹੈ ਤੇ ਸਮਝ ਤੁਸੀਂ ਆਪ ਲਿਓ ਕਿ ਹੋ ਸਕਦਾ ਕਿ ਕੇਂਦਰ ਇਹਨੂੰ ਵੀ ਆਪਣੇ ਹੱਥਾਂ ਵਿੱਚ ਲੈ ਲਵੇ। ਇਹ ਫੈਡਰਲਿਜ਼ਮ ਦੇ ਉੱਤੇ ਇੱਕ ਹੋਰ ਹਮਲਾ ਹੈ ਜੇ ਇੰਜ ਕੀਤਾ ਗਿਆ ਤਾਂ। ਉਹਨਾਂ ਅਸਿੱਧੇ ਰੂਪ ਨਾਲ ਸਵੀਕਾਰ ਕੀਤਾ ਕਿ ਦੂਸਰੀ ਲਹਿਰ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਨਹੀਂ ਸੀ, ਪਰ ਕਰੋਨਾ ਨਾਲ ਲੜ ਰਹੇ ਡਾਕਟਰਾਂ ਤੇ ਨਰਸਾਂ ਦੇ ਨਾਲ ਗੱਲਬਾਤ ਦੇ ਸਹਾਰੇ ਉਹਨਾਂ ਮੁਲਕ ਨੂੰ ਭਰੋਸਾ ਦਿੱਤਾ ਕਿ ਕਰੋਨਾ ਅਜੇਤੂ ਨਹੀਂ, ਇਸ ਤੋਂ ਡਰਨ ਦੀ ਲੋੜ ਨਹੀਂ। ਹਾਂ, ਇਹ ਦੁਸ਼ਮਣ ਧੋਖੇਬਾਜ਼ ਜ਼ਰੂਰ ਹੈ ਅਤੇ ਇਸੇ ਲਈ ਇਸ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਇਸ ਨਾਲ ਲੜਨ ਲਈ ਪੂਰੀ ਤਰ੍ਹਾਂ ਕਵਚ ਪਾ ਕੇ ਮੈਦਾਨ ਵਿੱਚ ਉਤਰਨ ਦੀ ਜ਼ਰੂਰਤ ਹੈ। ਦਰਅਸਲ ਆਕਸੀਜਨ ਦੀ ਕਮੀ ਦਰਮਿਆਨੀ ਰੈਮਡੇਸਿਵਿਰ ਦੀ ਕਾਲਾ ਬਾਜ਼ਾਰੀ ਵੀ ਲਗਾਤਾਰ ਜ਼ੋਰ ਫੜ ਰਹੀ ਹੈ। ਪ੍ਰਧਾਨ ਮੰਤਰੀ ਨੇ ਡਾਕਟਰ ਸ਼ਸ਼ਾਂਕ ਜ਼ਰੀਏ ਸਥਿਤੀ ਸਪਸ਼ਟ ਕੀਤੀ ਹੈ ਕਿ ਇਸ ਇੰਜੈਕਸ਼ਨ ਦੀ ਲੋੜ ਸਿਰਫ ਉਹਨਾਂ ਮਰੀਜ਼ਾਂ ਵਾਸਤੇ ਹੁੰਦੀ ਹੈ ਜੋ ਸੱਚਮੁੱਚ ਗੰਭੀਰ ਸਥਿਤੀ ਵਿੱਚ ਜਾ ਚੁੱਕੇ ਹੁੰਦੇ ਨੇ। ਬਹੁਤੇ ਮਰੀਜ਼ਾਂ ਲਈ ਇਸ ਦੀ ਜ਼ਰੂਰਤ ਨਹੀਂ ਪੈਂਦੀ।
उन्होंने वैक्सीन प्रति मुड़ लोगों को जागरूक किया ते कहा कि वह लाजमी रूप नाल टीका लवाउण। 45 साल तो उपर की उम्र वर्ग लई केंद्र सरकार के वलों उन्होंने दस्सिया कि मुफ्त वैक्सीन की मुहिम चल रही है, जबकि 1 मई तो सूबियां दे विच 18 साल तो उपर लई भी वैक्सीन का राह खुल जाएगा। एक एंबूलेंस ड्राइवर प्रेम वर्मा दे नाल भी उन्होंने गलबात की ते इसे लड़ी विच यह संदेश दिता कि हर किसी नूं इस लड़ाई दे विच मजबूती नाल लड़ना पएगा। सवाल सिर्फ वो कहते खुद नूं बचाउण दा नहीं, बल्कि इस मौके सवाल दूसरे नूं सहारा दे के नाल खड़ा करन दा है। पर आ कुछ क गल्लां जिहड़ियां उन्होंने मन की बात विच कीतियां ने अपने आप दे विच बिल्कुल महत्वपूर्ण ने। यह फैसला भी महत्वपूर्ण है कि 551 ऑक्सीजन प्लांट जिहड़े हुण लाए जाने ने, पर जेकर ये समा रहिंदियां पिछले साल मार्च महीने तो बाद 1 साल लंघ चुके हैं। जे किते उदों का यह फैसला लिया हुंदा ते अज जिहड़े लोग अपनिਆਂ नूं रो रहे ने, बहुत सारिया थावां तो वीडियो मिल रही ने कि लाशां लोग लाइन च लगाई बैठे है। इत्थों तक वीडियो मिल रहे ने कि अद्धी अद्धी रात तक लोगों को जदों समा नहीं मिलता अपने बाप की कोई पुत की किसी होर परिवारक मैंबर की लाश छड्ड के जा रहा है। जदों उन्होंने फोन करके पूछा जाता कि रात के 11:30 बज के आ जाओ, जां तां असीं फ्रीजर चला दिंदे कल नूं आके संस्कार कर लिओ, कहंदे नहीं तुसीं सानूं वीडियो भेज दिओ, संस्कार तुसीं कर दिओ, हुण असीं तां घर आ गए हां। तुसीं इत्थे खड़ी आ मनुखता इस वक्त अपने आप दे विच। असीं कहने आ कि साडा सभ्याचार दुनिया भर दे विचों अमीर, साडे च मनुखी कदरां कीमतां बाकी भाईचारिਆਂ नालों ज़्यादा। ये समुचे भारत दे विचों खबरां इस तरह दीयां मिल रहीआं ने। अगली खबर है जिहड़ी ये अपने आप दे विच पंजाब दी राजनीति नाल जुड़ी खबर है। पंजाब दे खजाना मंत्री मनप्रीत सिंह बादल, बहुत सारे लोगों दे विच उन्हां दी जिहड़ी राजनीति है, जिहड़ी उन्हां दी दिख है, वो साफ सुथरी है। बहुत सारे लोगों दे विच वो राजनीतिक लीडर हरमन प्यारे ने। हरमन प्यारे इस करके क्योंकि जदों श्रोमणी अकाली दल विच सन, उन्होंने उन्हां नालों तोड़ विछोड़ा कीता ते दस्सिया कि मैं कुर्सी करके नहीं पंजाब करके। फिर उन्होंने एक अपनी पार्टी बनाई पीपल्स पार्टी ऑफ पंजाब। लोगों के विच आप जाते अपनी जीप चला के जाते क्योंकि जीपां दे शौकीन ने। सिक्योरिटी वो रखते नहीं सी, कई बारी बहुत सारे थावां ते दौरा करन जाते कल्ले ही चले जाते। लोग सोचते सी कि साडा लीडर चाहिए मनप्रीत बादल वर्गा। जदों पीपल्स पार्टी ऑफ पंजाब की किसी पासे गल ना बनी, आखिरकार अपनी विरोधी जमात श्रोमणी अकाली दल की विरोधी जमात कांग्रेस पार्टी नूं ज्वाइन करते हैं। कांग्रेस पार्टी दे विच कहिंदे सी कि कैप्टन अमरिंदर सिंह तो बाद वड्डा लीडर है जे कोई जिसनूं देखते हैं लोग, तां ओह सूबे दे खजाना मंत्री मनप्रीत बादल ने। पर मनप्रीत बादल लोग उन्होंने सुघड़ सियाणे समझते। मनप्रीत बादल बीते दिन बठिंडे पहुंचे सी। पहली गल तां उस दिन हैरानी की गल यह सी कि जदों पत्रकारां ने पूछा कि 20 बंदियां दे वध तो इकट्ठ किया नहीं जा सकता, पाबंदी लगी हुई है, तुहाडी सरकार दीयां गाइडलाइनस ने, उदों भी काफ़ी औखे होए सी। कहते सी 43 चुने हुए कौंसलर ने। मैं उस दिन भी टिप्पणी की सी कि उन्होंने 10-10 विच सद्दिया जा सकदा सी, 15-15 के 3 ग्रुप बनाए जा सकते सी। जे लोग अज 3 थावां तो खबरां मिलियां ने कि एक थां दे उत्ते 40 बंदे फड़े गए, 20 लड़की वालियां पासों सी ते 20 मुंडे वालियां पासों। लड़की दे बाप नूं गिरफ्तार करके लै गए ने ते उहदे ते मुकदमा दर्ज कर दिता है। एक खबर होर मिली है कि लड़का हजे बरात चढ़ा रहा सी, पुलिस ने छापा मारिया, गिणती 20 तो ज़्यादा सी। लड़की उधर हत्थां नूं मेहंदी ला के उड़ीक रही है ते लड़का, लड़के दा बाप ते उहदा दादा इस वक्त थाणे 'च बैठे ने, गिरफ्तार करके लै गए। ते इधर जिहड़े 43 इकट्ठे करी बैठे है, पुलिस आले दुआले खड़ी है, ते परचा क्यों नहीं? ते आ उसे मीटिंग की एक वीडियो निकल के सामने आ गई है। अज तक ये महसूस कर रहा आम लोग, आवाम या नागरिक कि सब तो वड्डा की है संविधान। संविधान तो भी वड्डे ने लोग। लोकां दे विचों लोक चुने ते जिन्हां ने संविधान बनाया। संविधान नूं भावें अदालत है, अदालत संविधान के मुताबिक फैसले करती है। चुने हुए लोग संविधान के मुताबिक चोण लड़ते हैं तो उस संविधान की सौं चुकते हैं। प्रशासनिक अधिकारी बहुत सारे इसे गल्लों इन्हां लीडरां दे सामने अड़ के खड़ जाते हैं कि तुसीं वध तो वध साडी बदली कर सकते हो, तुसीं 5 सालां की खेड खेडण वाले लोग हो,
ਤੁਹਾਡੇ ਕਰਕੇ ਅੱਜ ਸਿਸਟਮ ਨਹੀਂ ਚੱਲ ਰਿਹਾ। ਮੈਂ ਬੜੀ ਵਾਰੀ ਇਹ ਟਿੱਪਣੀਆਂ ਕੀਤੀਆਂ ਨੇ ਕਿ ਇਹਨਾਂ ਮੁਲਕਾਂ ਵਿੱਚ ਸਿਸਟਮ ਚੱਲ ਰਿਹਾ ਹੈ। ਕਿਸੇ ਪ੍ਰਧਾਨ ਮੰਤਰੀ ਦੀ, ਕਿਸੇ ਮੁੱਖ ਮੰਤਰੀ ਦੀ, ਕਿਸੇ ਵਜ਼ੀਰ ਦੀ ਕੋਈ ਹਿੰਮਤ ਨਹੀਂ ਕਿ ਕਿਸੇ ਪੁਲਿਸ ਵਾਲੇ ਨੂੰ ਵੀ ਕਹਿ ਦੇਵੇ ਕਿ ਆਹ ਮੇਰੇ ਆਖੇ ਤੇ ਆਹ ਕੰਮ ਕਰ ਦੇ, ਨਹੀਂ ਹੁੰਦਾ। ਪਰ ਆਹ ਤੁਸੀਂ ਵੀਡੀਓ ਸੁਣਿਓ, ਅਤ ਨਿੰਦਣਯੋਗ, ਸ਼ਰਮਨਾਕ, ਇਤਰਾਜ਼ਯੋਗ ਹੈ। ਉਹ ਕਹਿੰਦੇ ਜਾਂ ਤਾਂ ਸੰਵਿਧਾਨ ਬਦਲ ਦਿਓ ਜਾਂ ਸਾਡੇ ਥੱਲੇ ਲੱਗ ਕੇ ਕੰਮ ਕਰੋ। ਕਹਿੰਦੇ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਜਿਹੜੇ ਚੁਣੇ ਹੋਏ ਬੰਦੇ ਨੇ ਤੇ ਆਲੇ ਦੁਆਲੇ ਮੇਅਰ ਤੇ ਕੌਂਸਲਰ ਬੈਠੇ ਆ, ਭਾਵ ਉਹ ਸਿੰਬੋਲਿਕ ਤੇ ਸੰਕੇਤਕ ਗੱਲ ਦੱਸ ਰਿਹਾ ਉੱਥੇ ਡੀਸੀ ਨੂੰ, ਐਸਐਸਪੀ ਨੂੰ, ਸਾਰਿਆਂ ਨੂੰ, ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਆਹ ਚੁਣੇ ਹੋਏ ਬੰਦੇ ਨੇ, ਇਹਨਾਂ ਦੀ ਗੱਲ ਤੁਹਾਨੂੰ ਮੰਨਣੀ ਪਊ। ਕੀ ਗੱਲ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਹੜਾ ਸਾਡਾ ਅਧਿਕਾਰ ਖੇਤਰ ਹੈ? ਕਿਉਂ ਫੋਨ ਕਰਨ, ਕਿਉਂ ਗੱਲ ਮਨਾਉਣ? ਆਪਣੇ ਆਪ ਦੇ ਵਿੱਚ ਇਸ ਵੀਡੀਓ ਦੀ ਚਰਚਾ ਨਹੀਂ, ਕੋਈ ਚਰਚਾ ਚਾਰ ਚੁਫੇਰੇ ਹੋ ਰਹੀ ਹੈ ਕਿ ਚੁਣੇ ਹੋਏ ਨੁਮਾਇੰਦੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਨੂੰ, ਭਾਵੇਂ ਡੀਸੀ ਹੈ, ਐਸਡੀਐਮ ਹੈ, ਐਸਪੀ ਹੈ, ਡੀਐਸਪੀ ਹੈ, ਐਸਐਸਪੀ ਹੈ, ਥਾਣੇਦਾਰਾਂ ਨੂੰ ਥੱਲੇ ਲਾ ਕੇ ਕੰਮ ਕਰਨਗੇ। ਘੂਰ ਰਹੇ ਨੇ ਉਹਨਾਂ ਨੂੰ, ਆਪਣੇ ਥੱਲੇ ਲੱਗ ਕੇ ਕੰਮ ਕਰਨ ਵਾਸਤੇ ਨਸੀਹਤ ਦੇ ਰਹੇ ਨੇ ਉਹਨਾਂ ਨੂੰ। ਜਿਹੜੇ ਕੌਂਸਲਰ ਬਣੇ ਨੇ, ਜਿਹੜਾ ਉੱਥੋਂ ਦਾ ਮੇਅਰ ਚੁਣੇ ਨੇ, ਉਹਨਾਂ ਨੂੰ ਸਾਹਮਣੇ ਬਿਠਾਲ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੇਖੋ ਕਹਿ ਕੀ ਰਹੇ ਨੇ। ਤੁਸੀਂ ਆਪ ਸੁਣੋ, ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਅਚੰਭਾ ਹੋਵੇਗਾ ਕਿ ਇਹ ਸ਼ਬਦ ਮਨਪ੍ਰੀਤ ਬਾਦਲ ਦੇ ਨੇ। ਤੇ ਦੂਸਰੀ ਗੱਲ ਇਹ, ਜੇਕਰ ਸੰਵਿਧਾਨ ਦਾ ਕੋਈ ਗਿਆਤਾ ਹੋਵੇ ਤਾਂ ਕਮੈਂਟ ਜ਼ਰੂਰ ਕਰ ਦਿਓ ਕਿ ਸੰਵਿਧਾਨ ਦੇ ਕਿਹੜੇ ਪੰਨੇ ਤੇ ਲਿਖਿਆ ਹੋਇਆ ਹੈ ਕਿ ਚੁਣੇ ਹੋਏ ਲੋਕਾਂ ਦੇ ਥੱਲੇ ਲੱਗ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੰਮ ਕਰਨਾ ਪਵੇਗਾ। ਸਿਸਟਮ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ। ਉਹ ਕਹਿੰਦੇ ਜਾਂ ਸਾਡੇ ਥੱਲੇ ਲੱਗ ਕੇ ਕੰਮ ਕਰਨਾ ਸਿੱਖੋ ਜਾਂ ਸੰਵਿਧਾਨ ਬਦਲ ਦਿਓ। ਆਹੀ ਕਸਰ ਰਹਿ ਗਈ ਸੀ ਹੁਣ ਇੱਕ। ਆਹ ਵੇਖਿਓ ਕਿ ਮਨਪ੍ਰੀਤ ਬਾਦਲ ਕਹਿੰਦੇ ਕੀ ਨੇ। ਇਹ ਗੱਲ ਜਿਹੜੀ ਹੈ ਇਹ ਅਫਸਰਾਂ ਨੂੰ ਸਮਝਣੀ ਪੈਣੀ ਹੈ ਕਿ ਜਾਂ ਤਾਂ ਜਿਹੜੇ ਇਲੈਕਟਿਡ ਬੰਦੇ ਆ, ਇਲੈਕਟਿਡ ਕਾਉਂਸਲਰਸ ਹੈ, ਐਮਐਲਏ ਹੈ, ਮੇਅਰ ਹੈ, ਜਾਂ ਤਾਂ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਤੁਸੀਂ ਚੱਲਣਾ ਹੈ, ਵਰਨਾ ਇਹ ਮੁਲਕ ਦਾ ਕਾਨੂੰਨ ਬਦਲ ਦਿਓ। ਜਿਹੜਾ ਸੰਵਿਧਾਨ ਹੈ, ਸੰਵਿਧਾਨ ਕਹਿੰਦਾ ਹੈ ਵੀ ਮੁਲਕ ਜਿਹੜਾ ਹੈ ਇਹ ਜਿਹੜੇ ਆਵਾਮ ਦੇ ਚੁਣੇ ਹੋਏ ਨੁਮਾਇੰਦੇ ਹੈ ਉਹ ਚਲਾਉਣਗੇ, ਔਰ ਜੇ ਇਹ ਠੀਕ ਨਹੀਂ ਲੱਗਦਾ ਤਾਂ ਜਾਂ ਤਾਂ ਕਾਨੂੰਨ ਬਦਲ ਦਿਓ ਜਾਂ ਇਹਨਾਂ ਦੇ ਥੱਲੇ ਲੱਗ ਕੇ ਚੱਲੋ। ਤੇ ਅਗਲੀ ਖਬਰ, ਹਾੜੀ ਦੀ ਵਾਢੀ ਦਾ ਜ਼ੋਰ ਪੈ ਗਿਆ। ਬਹੁਤ ਸਾਰੇ ਕਿਸਾਨ ਮਜ਼ਦੂਰ ਹੋ ਸਕਦਾ ਕਿ ਹਾੜੀ ਦੀ ਵਾਢੀ ਕਰਨ ਵਾਸਤੇ ਆਏ ਹੋਣ ਨੇ ਕਿ 5-7 ਦਿਨਾਂ ਦੀ ਖੇਡ ਹੈ, ਕਿਉਂਕਿ ਚੋਣ ਵਰਾ ਵੀ ਹੈ, ਵੋਟਾਂ ਵੀ ਚਾਹੀਦੀਆਂ ਨੇ। ਸਰਕਾਰ ਆਉਂਦਿਆਂ ਦੀ ਉਹ ਕਣਕ ਦੀ ਬੋਲੀ ਵੀ ਲਵਾ ਦੂ, ਤੁਲ ਵੀ ਜਾਊ, ਬੋਰੀਆਂ 'ਚ ਵੀ ਪੈ ਜੂ, ਪਰ ਉਹ ਹੋਇਆ ਨਹੀਂ। 9 ਤਰੀਕ ਦਾ ਬੈਠਾ, ਕੋਈ 10 ਤਰੀਕ ਦਾ ਬੈਠਾ, ਕੋਈ 11 ਦਾ ਬੈਠਾ, ਤੇ ਅੱਜ ਵੀ ਮੰਡੀ 'ਚ ਹੀ ਬੈਠਾ ਹੈ। ਲੱਖਾ ਸਿਧਾਣਾ ਇੱਕ ਵਾਰੀ ਫਿਰ ਤੋਂ ਸਰਗਰਮ ਹੋ ਗਏ ਨੇ। ਉਹਨਾਂ ਨੇ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ, ਜਿਹੜਾ ਬੀਤੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਚੱਲ ਰਿਹਾ ਹੈ, ਉਹਦੇ ਵਿੱਚ ਇੱਕ ਵਾਰ ਫਿਰ ਤੋਂ ਨਵਾਂ ਜੋਸ਼, ਨਵਾਂ ਉਤਸ਼ਾਹ ਭਰਨ ਦੇ ਵਾਸਤੇ ਨੌਜਵਾਨਾਂ ਦਾ ਵੱਡਾ ਕਾਫਲਾ ਲੱਖਾ ਸਿਧਾਣਾ ਆਪਣੀ ਅਗਵਾਈ ਦੇ ਹੇਠ ਆਪਣੇ ਪਿੰਡ ਸਿਧਾਣਾ ਤੋਂ ਦਿੱਲੀ ਲਈ ਰਵਾਨਾ ਹੋ ਕੇ ਲੈ ਤੁਰਿਆ, ਦਿੱਲੀ ਵੱਲ ਨੂੰ ਤੁਰਿਆ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ 71 ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਇਹ ਲੜਾਈ ਇਕੱਲੀ ਲੱਖੇ ਦੀ ਨਹੀਂ, ਇਹ ਲੜਾਈ ਇਕੱਲੀਆਂ ਜਥੇਬੰਦੀਆਂ ਦੀ ਨਹੀਂ, ਇਹ ਲੜਾਈ ਸਾਡੀ ਸਾਰਿਆਂ ਦੀ ਹੈ, ਹਰ ਘਰ ਦੀ ਹੈ, ਹਰ ਚੁੱਲ੍ਹੇ ਦੀ ਹੈ, ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਜਿਸ ਨੂੰ ਜਿੱਤਣ ਲਈ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਇੱਕ ਵਾਰ ਫੇਰ ਇਕੱਠ ਵਧਾਉਣਾ ਪਊ। ਉਹਨਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਦਿੱਲੀ ਦੇ ਵਿੱਚ ਬਹੁਤ ਵੱਡੇ ਇਕੱਠ ਹੁੰਦੇ ਸੀ। ਉਹ ਹਾਲਾਤ, ਉਹ ਮਾਹੌਲ ਸਾਨੂੰ ਦੁਬਾਰਾ ਸਿਰਜਣੇ ਪੈਣਗੇ, ਕਿਉਂਕਿ ਜਿਸ ਤਰ੍ਹਾਂ ਸਰਕਾਰ ਨੇ ਬੀਤੇ 2-2.5 ਮਹੀਨਿਆਂ ਤੋਂ ਗੱਲਬਾਤ ਤੋੜੀ ਹੋਈ ਹੈ, ਸਰਕਾਰ ਤੇ ਦਬਾਅ ਬਣਾਉਣ ਲਈ ਸਾਨੂੰ ਘਰਾਂ ਚੋਂ ਇੱਕ ਵਾਰੀ ਫੇਰ ਨਿਕਲਣਾ ਪਊ। ਜੇਕਰ ਅਸੀਂ ਨਿਰਾਸ਼ ਹੋ ਕੇ ਆਪੋ ਆਪਣੇ ਘਰਾਂ ਵਿੱਚ ਪਰਤ ਆਏ, ਘਰਾਂ ਵਿੱਚ ਬੈਠ ਗਏ, ਉਹ ਕਹਿੰਦੇ ਅਸੀਂ ਤਬਾਹ ਹੋ ਜਾਾਂਗੇ, ਅਸੀਂ ਖਤਮ ਹੋ ਜਾਾਂਗੇ, ਪੂੰਜੀਪਤੀਆਂ ਅੱਗੇ ਹੱਥ ਅੱਡਿਆ ਕਰਾਂਗੇ ਅਸੀਂ। ਉਹਨਾਂ ਕਿਹਾ ਕਿ ਕੁਝ ਲੋਕ ਹਾਲੇ ਵੀ ਕਹੀ ਜਾਂਦੇ ਹੈ ਕਿ ਉੱਥੇ ਕੀ ਹੈ, ਹੁਣ ਉੱਥੇ ਕੁਝ ਨਹੀਂ ਬਣਨਾ। ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਨਿਰਾਸ਼ਾ ਛੱਡੋ, ਅੱਗੇ ਵਧੋ। ਇਹ ਵੇਲਾ ਕਹਿੰਦੇ ਜੇ ਇੱਕ ਵਾਰੀ ਲੰਘ ਗਿਆ ਤੇ ਫਿਰ ਆਉਣਾ ਨਹੀਂ। ਕਹਿੰਦੇ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਫਿਰ ਕਹਿੰਦੇ ਹੋਊ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਕਦੀ ਮੁਆਫ ਨਹੀਂ ਕਰਨਾ। ਉਹ ਪੁੱਛਿਆ ਕਰਨਗੀਆਂ ਕਿ ਜਦੋਂ ਤੁਹਾਡੇ ਤੇ ਫਸਲ ਤੇ ਨਸਲ ਤੇ ਹਮਲਾ ਹੋ ਗਿਆ ਸੀ, ਸਾਡੇ ਪੁਰਖੇ ਉਦੋਂ ਕੀ ਕਰਦੇ ਰਹੇ। ਉਹਨਾਂ ਕਿਹਾ ਕਿ ਇਹ ਕਾਫਲਾ ਸੋਮਵਾਰ ਨੂੰ
TDI ਮੌਲ ਅੱਗੇ ਇਕੱਤਰ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਸਿੰਘੂ ਮੋਰਚੇ ਦੇ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਨੇ ਲੱਖੇ ਸਿਧਾਣੇ ਦੀਆਂ ਫੋਟੋਆਂ ਬੜੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸੀ ਜਿਨ੍ਹਾਂ ਤੇ ਨਾਅਰਾ ਲਿਖਿਆ ਹੋਇਆ ਸੀ, ਜਿੱਤਾਂਗੇ ਜਾਂ ਮਰਾਂਗੇ ਪਰ ਪਿੱਛੇ ਨਹੀਂ ਹਟਾਂਗੇ। ਤੁਸੀਂ ਦੇਖੋ ਕਿ ਨੌਜਵਾਨ ਇਹੀ ਆਖੀ ਜਾਂਦਾ ਜੇ ਕਿ ਫਲਾਣਾ ਹੋਊ ਅਸੀਂ ਤਾਂ ਜਾਵਾਂਗੇ। ਮੈਂ ਅੱਗੇ ਵੀ ਕਹਿਣਾ ਹੁੰਦਾ ਤੇ ਅੱਜ ਲੱਖਾ ਸਿਧਾਣਾ ਨੇ ਵੀ ਗੱਲ ਉਹੀ ਕਹੀ ਹੈ ਕਿ ਇਹ ਕਿਸੇ ਲੱਖੇ ਦੀ, ਇਹ ਕਿਸੇ ਕਿਸਾਨ ਆਗੂ ਦੀ, ਇਹ ਕਿਸੇ ਜਥੇਬੰਦੀ ਦੀ ਲੜਾਈ ਨਹੀਂ, ਇਹ ਹਰ ਇੱਕ ਚੁੱਲ੍ਹੇ ਦੀ, ਹਰ ਇੱਕ ਢਿੱਡ ਦੀ ਲੜਾਈ ਹੈ। ਇਹ ਫਸਲਾਂ ਤੇ ਨਸਲਾਂ ਦੀ ਲੜਾਈ ਹੈ। ਇੱਕ ਪਾਸੇ ਨੌਜਵਾਨਾਂ ਨੂੰ ਤਾਂ ਹੁਣ ਪ੍ਰੇਰਿਤ ਕਰਕੇ ਲਿਜਾਣਾ ਪੈ ਰਿਹਾ, ਪਰ ਉਦਾਹਰਨ ਦੇ ਤੌਰ ਤੇ ਆਹ ਖਬਰ ਬਹੁਤ ਮਹੱਤਵਪੂਰਨ ਹੈ। ਲਗਭਗ ਪੌਣੇ 7 ਮਹੀਨੇ ਹੋ ਗਏ ਪੰਜਾਬ ਦੇ ਵਿੱਚ ਮੋਰਚੇ ਲਾਈ ਬੈਠਿਆਂ ਨੂੰ, ਕਿਸਾਨਾਂ ਨੂੰ, ਪਰ ਇਹਨਾਂ ਮੋਰਚਿਆਂ ਦੇ ਵਿੱਚ ਇੱਕ ਨਿਤਨੇ ਬਣਾ ਲਿਆ ਕੁਝ ਬਜ਼ੁਰਗਾਂ ਨੇ, ਮਿਸਾਲ ਬਣ ਰਹੇ ਨੇ ਕਿ ਲਗਭਗ ਪੌਣੇ 7 ਮਹੀਨਿਆਂ ਤੋਂ ਬਿਨਾਂ ਨਾਗਾ ਅੱਜ ਤੱਕ ਇੱਕ ਵੀ ਦਿਨ ਨਹੀਂ ਜਿਸ ਦਿਨ ਉਹਨਾਂ ਨੇ ਸ਼ਮੂਲੀਅਤ ਨਾ ਕੀਤੀ ਹੋਵੇ। ਇਹ ਸ਼ਮੂਲੀਅਤ ਬਗੈਰ ਸਿਦਕ, ਸਿਰੜ ਅਤੇ ਵੱਡੇ ਜਿਗਰੇ ਦੇ ਮੈਨੂੰ ਲੱਗਦਾ ਕਿ ਅਸੰਭਵ ਹੈ। ਇਹ ਬਾਬੇ ਇਸ ਗੱਲੋਂ ਡਰਦੇ ਆ ਕਿ ਧਰਨੇ ਵਿੱਚ ਸ਼ਾਮਲ ਹੋਣ ਤੋਂ ਜੇਕਰ ਇੱਕ ਵੀ ਦਿਨ ਉੱਕ ਗਏ ਤੇ ਫਿਰ ਬਣੂ ਕੀ, ਸਾਡੀ ਫਸਲ ਦਾ ਤੇ ਨਸਲ ਦਾ ਕੀ ਬਣੂ। ਦੇਖੋ ਤੁਸੀਂ ਜਿਗਰਾ, ਸਿਦਕ। ਪਿੰਡ ਡੱਲਾ ਦਾ 80 ਵਰਿਆਂ ਦਾ ਬੰਤਾ ਸਿੰਘ, ਦੇਖੋ ਕਿੱਡੀ ਵਡੇਰੀ ਉਮਰ ਹੈ। ਬੰਤਾ ਸਿੰਘ 80 ਨੂੰ ਢੁੱਕ ਚੁੱਕੇ ਨੇ। ਵਡੇਰੀ ਉਮਰ 'ਚ ਰੋਜ਼ਾਨਾ 10 ਕਿਲੋਮੀਟਰ ਸਾਈਕਲ ਚਲਾ ਕੇ ਰੋਜ਼ਾਨਾ ਧਰਨੇ ਦੇ ਵਿੱਚ ਪਹੁੰਚਦੇ ਆ ਤੇ ਇਹ ਉਹਨਾਂ ਦਾ ਨਿਤਨੇਮ ਹੈ। ਇਸ ਬਾਬੇ ਨੇ ਧਰਨੇ ਦੇ ਵਿੱਚ ਆਉਣ ਦੇ 207 ਦਿਨ ਪੂਰੇ ਕਰ ਲਏ ਹੈ ਅਤੇ ਹਮੇਸ਼ਾ ਵਾਂਗ ਅੱਜ ਵੀ ਮੂਹਰਲੀ ਕਤਾਰ ਦੇ ਵਿੱਚ ਉੱਥੇ ਡਟੇ ਨਜ਼ਰ ਆਉਂਦੇ ਆ। 4 ਏਕੜ ਦੀ ਖੇਤੀ ਕਰਨ ਵਾਲੇ ਪਰਿਵਾਰ ਦੇ ਅੰਮ੍ਰਿਤਧਾਰੀ ਬਾਬੇ ਦੇ ਹੱਥ ਵਿੱਚ ਫੜਿਆ ਕਿਸਾਨੀ ਝੰਡਾ ਹਮੇਸ਼ਾ ਝੂਲ ਰਿਹਾ ਹੁੰਦਾ। ਉਹ ਕਹਿੰਦੇ ਆ ਕਿ ਗੱਲ ਜਦੋਂ ਇਕੱਲੀਆਂ ਫਸਲਾਂ ਦੀ ਨਾ ਹੋਵੇ, ਗੱਲ ਨਾਲ ਨਸਲਾਂ ਦੀ ਵੀ ਹੋਵੇ, ਫਿਰ ਘਰ ਵਿੱਚ ਕਿਵੇਂ ਟਿਕ ਕੇ ਬੈਠਿਆ ਜਾ ਸਕਦਾ ਹੈ। 3 ਧੀਆਂ ਅਤੇ 1 ਪੁੱਤ ਦੇ ਬਾਪ ਨੂੰ ਇਹੋ ਡਰ ਹੈ ਕਿ ਕਿਸੇ ਵੀ ਕਾਰਨ ਕਿਤੇ ਉਸ ਤੇ ਇਸ ਨਿਤਨੇਮ ਦੇ ਵਿੱਚ ਨਾਗਾ ਨਾ ਪੈ ਜਾਵੇ ਅਤੇ ਇਸ ਪਕਿਆਈ ਕਾਰਨ ਬਾਬਾ ਸਾਰੇ ਧਰਨਾਕਾਰੀਆਂ ਵਿੱਚ ਅੱਜ ਤੱਕ ਪੌਣੇ 7 ਮਹੀਨਿਆਂ ਤੋਂ ਹਰਮਨ ਪਿਆਰਾ ਬਣਿਆ ਹੋਇਆ। ਇਕੱਲੇ ਬਾਬੇ ਇਹ ਨਹੀਂ। ਇਸੇ ਤਰ੍ਹਾਂ ਜਾਣਕਾਰੀ ਮਿਲੀ ਆ ਕਿ ਪਿੰਡ ਰੂਮੀ ਦੇ 84 ਵਰਿਆਂ ਦੇ ਤੇਜਾ ਸਿੰਘ ਦੇ ਸਰੀਰ ਵਿੱਚ ਭਾਵੇਂ ਕੁੱਬ ਪੈ ਚੁੱਕੇ ਹੈ, ਪਰ ਆਪਣੇ ਜਜ਼ਬੇ 'ਚ ਉਹਨਾਂ ਕੁੱਬ ਨਹੀਂ ਪੈਣ ਦਿੱਤਾ। ਤਾਂ ਹੀ ਉਹ ਖੂੰਡੇ ਦੇ ਸਹਾਰੇ ਰੋਜ਼ਾਨਾ ਧਰਨੇ ਦੇ ਵਿੱਚ ਹਾਜ਼ਰੀ ਭਰਦੇ ਹੈ। 4 ਧੀਆਂ ਤੇ 1 ਪੁੱਤ ਦਾ ਬਾਪ 6 ਕਿੱਲਿਆਂ ਦੀ ਖੇਤੀ ਆਪਣੇ ਪੁੱਤ ਅਤੇ ਪੋਤਿਆਂ ਦੇ ਸਹਾਰੇ ਕਰਦੇ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਸਾਹ ਚੱਲਦੇ ਹੈ ਉਹਨਾਂ ਚਿਰ ਧਰਨੇ 'ਚੋਂ ਗੈਰ ਹਾਜ਼ਰੀ ਨਹੀਂ ਹੋ ਸਕਦੀ। ਕਿਸੇ ਵਿਆਹ ਤੇ ਨਹੀਂ ਜਾਂਦਾ, ਕਿਸੇ ਮਰਨੇ ਤੇ ਨਹੀਂ ਜਾਂਦਾ, ਪਰ ਧਰਨੇ 'ਚੋਂ ਗੈਰ ਹਾਜ਼ਰ ਨਹੀਂ ਹੋ ਸਕਦਾ। ਰੋਜ਼ ਲੰਗਰ ਦੇ ਵਾਸਤੇ ਦੁੱਧ ਲਿਆਉਣਾ ਵੀ ਉਹਨਾਂ ਦਾ ਨਿਤਨੇਮ ਹੈ। ਇਸੇ ਤਰ੍ਹਾਂ 85 ਤੋਂ ਟੱਪ ਚੁੱਕੇ ਨੇ ਗਿੰਦਰ ਸਿੰਘ। ਨਾ ਕੋਲ ਜ਼ਮੀਨ ਹੈ, ਨਾ ਕੋਈ ਖੇਤੀ ਹੈ, ਪਰ ਧਰਨੇ 'ਚ ਆਉਣਾ ਇੱਕ ਦਿਨ ਵੀ ਨਹੀਂ ਭੁੱਲੇ। ਦਲਿਤ ਮੁਹੱਲੇ ਦਾ ਬੇਜ਼ਮੀਨਾ ਬਾਪੂ ਮੋਰਚੇ ਦੇ ਲੰਗਰ ਸਟੋਰ ਦਾ ਇੰਚਾਰਜ ਵੀ ਹੈ। ਰੋਜ਼ਾਨਾ ਦਰੀਆਂ ਉਹਨਾਂ ਵਿਛਾਉਣੀਆਂ ਨੇ, ਸਫਾਈ ਉਹਨਾਂ ਨੇ ਕਰਨੀ ਹੈ। ਉਮਰ ਦੇਖੋ 85 ਨੂੰ ਹੋ ਚੁੱਕੀ ਹੈ। ਇਹ ਕੰਮ ਉਹਨਾਂ ਨੇ ਆਪਣੇ ਜਿੰਮੇ ਖੁਦ ਲਾਇਆ, ਕਿਸੇ ਨੇ ਨਹੀਂ ਲਾਏ। ਇਸੇ ਤਰ੍ਹਾਂ ਸਾਈਕਲ ਤੇ ਹੀ ਆਉਂਦੇ ਆ ਪਿੰਡ ਅਖਾੜਾ ਦੇ ਪੰਚ ਬਿੱਕਰ ਸਿੰਘ। ਮੋਰਚੇ ਦੀ ਹਾਜ਼ਰੀ ਉਹ ਕਹਿੰਦੇ ਮੇਰੇ ਜਿੰਨੀ ਮੇਰੇ ਲਈ ਸਾਹ ਜ਼ਰੂਰੀ ਨਹੀਂ ਨਾ, ਮੋਰਚੇ ਦੀ ਹਾਜ਼ਰੀ ਵੀ ਉਨੀ ਹੀ ਜ਼ਰੂਰੀ ਹੈ। ਇਸੇ ਤਰ੍ਹਾਂ ਕੋਠੇ ਖਜ਼ੂਰਾ ਪਿੰਡ ਦੇ ਜਗਦੀਪ ਸਿੰਘ, ਉਹ ਕਹਿੰਦੇ ਗੈਰ ਹਾਜ਼ਰ ਮੈਂ ਨਹੀਂ ਹੋ ਸਕਦਾ। ਮੀਂਹ ਪਵੇ ਹਨੇਰੀ ਜਾਵੇ, ਘਰੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਠੇ ਸ਼ੇਰ ਜੰਗ ਦਾ ਅਜਾਇਬ ਸਿੰਘ, ਗੁਰਬਖਸ਼ ਤੇ ਕਈ ਹੋਰ ਕਿਸਾਨ ਜਿਹੜੇ ਅੱਜ ਤੱਕ ਇਸ ਮੋਰਚੇ ਦੇ ਪੱਕੇ ਸੰਗੀ ਬਣੇ ਹੋਏ ਨੇ। ਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਨੌਜਵਾਨ ਇਸ ਵਕਤ ਨਿਰਾਸ਼ਾ ਦੇ ਆਲਮ 'ਚ ਆ। ਮੈਂ ਤਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸਾਰੇ ਬਜ਼ੁਰਗਾਂ ਦੀ ਉਮਰ 80 ਤੋਂ ਟੱਪੀ ਹੋਈ ਹੈ। 207 ਦਿਨ ਹੋ ਗਏ, ਇੱਕ ਦਿਨ ਵੀ ਨਾਗਾ ਨਹੀਂ। ਸੋ ਇਸ ਕਰਕੇ ਸਮਾਂ ਰਹਿੰਦਿਆਂ ਸਮੇਂ ਨੂੰ ਵਿਚਾਰੀਏ। ਤੇ ਅਗਲੀ ਖਬਰ ਵੀ ਇਸੇ ਕਿਸਾਨ ਅੰਦੋਲਨ ਦੇ ਨਾਲ ਜੁੜੀ ਖਬਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਪਿੰਡ ਭੋਗੀਵਾਲ, ਉੱਥੋਂ ਦੇ ਜੁੜੇ ਇੱਕ ਕਿਸਾਨ ਆਗੂ ਦੀ ਇਲਾਜ ਦੌਰਾਨ ਮੌਤ ਹੋਈ ਹੈ। ਇਸ ਬਾਰੇ ਬਲਾਕ ਸਕੱਤਰ ਰਜਿੰਦਰ ਸਿੰਘ ਭੋਗੀਵਾਲ ਨੇ ਦੱਸਿਆ ਕਿ ਹਰਬੰਤ ਸਿੰਘ ਕੁਝ ਕੁ ਦਿਨਾਂ ਤੋਂ ਬਿਮਾਰ ਸਨ। ਉਹਨਾਂ ਨੂੰ ਇਲਾਜ ਵਾਸਤੇ ਪਿੰਡ ਦੇ ਨੇੜੇ ਅਹਿਮਦਗੜ੍ਹ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਐਤਵਾਰ ਦੀ ਸਵੇਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਜਿੱਥੇ ਨੌਕਰੀ ਦੀ ਮੰਗ ਕੀਤੀ ਹੈ,
ਉੱਥੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ, ਉਹਨਾਂ ਦਾ ਵਿਸਥਾਰ ਤੇ ਨਾਲ ਟਿੱਪਣੀਆਂ। ਜੇਕਰ ਚੰਗੀ ਲੱਗੀ ਹੈ ਸਾਡੀ ਇਹ ਕੋਸ਼ਿਸ਼ ਤਾਂ ਕਿਰਪਾ ਕਰਕੇ ਪ੍ਰੋਗਰਾਮ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।